तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਜਗਤ ਜਲੰਦਾ ਰਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ, ਤਿਤੈ ਲੇਹੋ ਉਭਾਰ। ਜਗਤ ਜਲੰਦਾ ਰਖ ਲੈ, ਆਪਣੀ ਕਿਰਪਾ ਧਾਰ। ਜਿਤ ਦੁਆਰੈ ਉਬਰੈ, ਤਿਤੈ ਲੈਹੋ ਉਭਾਰ। ਸਤਿਗੁਰ ਸੁਖ ਵੇਖਾਲਿਆ, ਸੱਚਾ ਸ਼ਬਦ ਵਿਚਾਰ। ਨਾਨਕ ਅਵਰ ਨਾ ਸੁਝਈ, ਹਰ ਬਿਨ ਬਖਸ਼ਨ ਹਾਰ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਮ ਨਿਦ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਮ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਈ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚਵਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਧਰਮ ਰੱਖਿਅਕ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦੇ 400 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਹੋ ਕੇ ਆਪ ਸੰਗਤ ਦੇਸ਼ ਅਤੇ ਵਿਦੇਸ਼ ਦੇ ਅੰਦਰ ਰੋਜ਼ਾਨਾ ਹੀ ਜੁੜ ਕਰਕੇ ਗੁਰੂ ਇਤਿਹਾਸ ਸਰਵਨ ਕਰ ਰਹੇ ਹੋ। ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਫਤਿਹ ਨਾਲ ਸਾਂਝ ਕਰੀਏ ਅਤੇ ਅਗਲੇਰਾ ਇਤਿਹਾਸ ਉਹਦੀ ਸਾਂਝ ਪਾਉਣਾ ਕਰੀਏ। ਆਪ ਸੰਗਤ ਅਸੀਸ ਬਖਸ਼ੋ। ਗੁਰੂ ਕੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਸ ਵੇਲੇ ਪਟਨਾ ਦੀ ਧਰਤੀ 'ਤੇ ਪਹੁੰਚੇ, ਬਹੁਤ ਹੀ ਧਨਾਢ ਮਿਲਖਾਂ ਦਾ ਮਾਲਕ ਜੋਗੀ ਜਿਹੜਾ ਹੈ ਉਹ ਆਪਣੇ ਧੜੇ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਸਤਿਗੁਰੂ ਮਹਾਰਾਜ ਜੀ ਦੇ ਨਾਲ ਚਰਚਾ ਕਰਨ ਵਾਸਤੇ ਆਇਆ। ਮਹਾਰਾਜ ਪਾਤਸ਼ਾਹ ਜੀ ਨੇ ਉਹਨੂੰ ਅਸਲ ਜਿਹੜਾ ਯੋਗ ਹੈ ਉਹਦਾ ਉਪਦੇਸ਼ ਦੇਣਾ ਕੀਤਾ। ਯੋਗ ਦੇ ਅਰਥ ਹੁੰਦੇ ਨੇ ਜੁੜਨਾ ਅਤੇ ਭੋਗ ਦੇ ਅਰਥ ਹੁੰਦੇ ਨੇ ਤੋੜਨਾ। ਮਹਾਰਾਜ ਕਹਿੰਦੇ ਨੇ ਕਿ ਯੋਗ ਅਸਲ ਦੇ ਵਿੱਚ ਰੱਬ ਦੇ ਨਾਲ ਜੁੜਨ ਦਾ ਨਾਮ ਹੈ। ਜੇਕਰ ਜੁੜੇ ਨਹੀਂ, ਹੰਕਾਰ ਦੇ ਵਿੱਚ ਹੀ ਫਸੇ, ਕਰਾਮਾਤਾਂ ਦੇ ਵਿੱਚ ਫਸ ਗਏ, ਲੋਭ ਨਿੰਦਿਆ ਦੇ ਵਿੱਚ ਫਸ ਗਏ, ਵੱਡੀਆਂ ਵੱਡੀਆਂ ਉਮਰਾਂ ਇਕੱਠੀਆਂ ਕਰ ਲਈਆਂ ਪਰ ਰੱਬ ਦੇ ਨਾਲ ਸਾਂਝ ਨਹੀਂ ਪਾਈ,
ਤੇ ਸਤਿਗੁਰ ਮਹਾਰਾਜ ਕਹਿੰਦੇ ਇਹ ਸਾਰਾ ਕੁਝ ਵਿਅਰਥ ਹੈ। ਜੇ ਜੁਗ ਚਾਰੇ ਆਰਜਾ ਹੋਰ ਦਸੂਨੀ ਹੋਏ, ਨਵਾਂ ਖੰਡਾਂ ਵਿੱਚ ਜਾਣੀਏ ਨਾਲ ਚੱਲੇ ਸਭ ਕੋਏ, ਚੰਗਾ ਨਾਉ ਰਖਾਏ ਕੈ ਜਸ ਕੀਰਤ ਜਗ ਲੇ, ਜੇ ਤਿਸ ਨਜ਼ਰ ਨਾ ਆਵਈ ਤਾਂ ਬਾਤ ਨਾ ਪੁੱਛੇ ਕੇ। ਲੋਕ ਜਿਹੜੇ ਯੋਗ ਸਾਧਨਾ ਕਰਦੇ ਸੀ ਉਹਨਾਂ ਨੇ ਸਵਾਸ ਰੋਕਣੇ, ਦਸਮ ਦਵਾਰ ਦੇ ਵਿੱਚ ਸਵਾਸ ਚੜਾ ਲੈਣੇ ਤੇ ਆਪਣੀ ਉਮਰ ਜਿਹੜੀ ਸੀ ਉਹ ਬਹੁਤ ਲੰਮੇਰੀ ਕਰ ਲੈਣੀ, ਬਹੁਤ ਜ਼ਿਆਦਾ ਸਾਲ ਤੱਕ ਉਹਨਾਂ ਦੀ ਉਮਰ ਹੋ ਜਾਣੀ, ਕਈ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰ ਲੈਣੀਆਂ, ਆਪਣੇ ਆਤਮਾ ਨੂੰ ਸਰੀਰ ਦੇ ਵਿੱਚੋਂ ਕੱਢ ਲੈਣਾ ਤੇ ਕਿਸੇ ਦੂਸਰੇ ਦੇ ਸਰੀਰ ਦੇ ਵਿੱਚ ਪਾ ਕਰਕੇ ਉਹਦੇ ਜੀਵਨ ਦੇ ਸੁੱਖ ਆਪ ਭੋਗਣੇ। ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਨੇ ਮਛਿੰਦਰ ਨਾਥ ਨੂੰ ਇਹ ਗੱਲ ਆਖੀ ਸੀ ਕਿ ਮਛਿੰਦਰ ਨਾਥ, ਜਿਹਨੂੰ ਤੂੰ ਜੋਗੀ ਗੁਰੂ ਆਪਣਾ ਬਣਾਇਆ ਹੈ, ਉਹ ਅਸਲ ਦੇ ਵਿੱਚ ਕਿਸੇ ਰਾਜੇ ਦੀ ਮੌਤ ਹੋ ਗਈ ਸੀ ਤੇ ਉਹਦੀ ਆਤਮਾ ਸਰੀਰ 'ਚੋਂ ਨਿਕਲੀ। ਤੇਰੇ ਗੁਰੂ ਨੇ ਆਪਣੀ ਆਤਮਾ ਉਹਦੇ ਸਰੀਰ ਦੇ ਵਿੱਚ ਪਾ ਕੇ ਤੇ ਉਹ ਰਾਜੇ ਦੀ ਜ਼ਿੰਦਗੀ ਭੋਗਦਾ ਪਿਆ ਹੈ। ਮਹਾਰਾਜ ਗੁਰੂ ਤੇਗ ਬਹਾਦਰ ਕਹਿੰਦੇ ਨੇ ਕਿ ਜੋਗੀ ਦਾ ਜਿਹੜਾ ਧਰਮ ਹੈ ਉਹ ਹੈ ਕਿ ਪਰਮਾਤਮਾ ਦੇ ਨਾਲ ਜੋੜ ਪਾ ਲਵੇ, ਸਾਂਝ ਪਾ ਲਵੇ। ਤੇ ਜੇਕਰ ਰੱਬ ਦੇ ਨਾਲ ਸਾਂਝ ਹੀ ਨਹੀਂ ਬਣੀ ਤੇ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਇਹ ਜੋਗ ਕਿਹੜੀ ਗੱਲ ਦਾ ਰਿਹਾ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਲ ਜਦੋਂ ਚਰਚਾ ਕਰਨ ਵਾਸਤੇ ਆਇਆ ਤੇ ਮਹਾਰਾਜ ਕਹਿੰਦੇ ਨੇ ਜੋਗ ਦਾ ਨਹੀਂ, ਜੋਗ ਦੇ ਰਾਹ ਦਾ ਅਸੀਂ ਜ਼ਰੂਰ ਗੱਲ ਆਖਦੇ ਹਾਂ। ਮਹਾਰਾਜ ਕਹਿੰਦੇ ਨੇ ਕਿ ਜੀਵ ਅਨੇਕਾਂ ਪਸ਼ੂਆਂ ਦਾ ਸੁਮੇਲ ਹੈ। ਬਾਣੀ ਦੇ ਵਿੱਚ ਸਤਿਗੁਰ ਮਹਾਰਾਜ ਜੀ ਨੇ ਕਈ ਐਸੇ ਬਚਨ ਕੀਤੇ, ਕੂਕਰੇ ਸੂਕਰੇ ਜੋਨ ਭਰਮੈ, ਤੋ ਲਾਜ ਨ ਆਈ RAM ਨਾਮ ਛਾੜ ਅੰਮ੍ਰਿਤ ਕਾਹੇ ਬਿਖ ਖਾਈ। ਮਹਾਰਾਜ ਕਹਿੰਦੇ ਨੇ ਇਹ ਸੁਮੇਲ ਜਿਹੜਾ ਹੈ, ਇੱਕ ਤਾਂ ਪਸ਼ੂ ਬਿਰਤੀਆਂ ਨੇ ਪਿਛਲੀਆਂ ਜਿਨ੍ਹਾਂ ਦੇ ਜੂਨਾਂ ਦੇ ਵਿੱਚੋਂ ਲੰਘ ਕਰਕੇ ਮਨੁੱਖਾ ਸਰੀਰ ਮਿਲਿਆ, ਦੂਸਰਾ ਇਹਦੇ ਅੰਦਰ ਪਰਮਾਤਮਾ ਦੀ ਅੰਸ਼ ਹੈ। ਹੁਣ ਇਸ ਬਿਰਤੀਆਂ ਦੇ ਵਿੱਚੋਂ ਨਿਕਲ ਕਰਕੇ ਤੇ ਉਹ ਪਰਮਾਤਮਾ ਦੀ ਅੰਸ਼ ਨੂੰ ਪ੍ਰਗਟ ਕਰਨਾ ਹੀ ਅਸਲ ਦੇ ਵਿੱਚ ਮਨੁੱਖਾ ਸਰੀਰ ਜਾਂ ਪਰਮਾਤਮਾ ਦੇ ਨਾਲ ਲੀਨਤਾ ਹੈ। ਜਿੰਨੀ ਦੇਰ ਤੱਕ ਇਹ ਬਿਰਤੀਆਂ ਦੇ ਵਿੱਚੋਂ ਨਹੀਂ ਨਿਕਲਿਆ ਜਾਂਦਾ ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਉਨੀ ਦੇਰ ਤੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਣੀ। ਲੱਭ ਕੁੱਤਾ ਕੂੜ ਚੂਹੜਾ ਠੱਗ ਖਾਦਾ ਮੁਰਦਾਰ, ਪਰ ਨਿੰਦਾ ਪਰ ਮਲ ਮੁਖ ਸੁਦੀ ਅਗਨ ਕਰੋ ਚੰਡਾਲ। ਮਹਾਰਾਜ ਕਹਿੰਦੇ ਅੰਦਰ ਦੇਖੋ ਕਿੰਨੀਆਂ ਬਿਰਤੀਆਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਲੈ ਕੇ ਬੈਠਾ ਹੈ। ਪਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੋਗ ਦੇ ਅਰਥ ਨੇ ਜਿਹੜਾ ਅਸਲ ਦੇ ਵਿੱਚ ਜੋਗੀ ਬਣਿਆ, ਇੱਕ ਤਾਂ ਕੋਈ ਉਹਦੀ ਨਿੰਦਿਆ ਕਰ ਦਵੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਉਹ ਨਿੰਦਿਆ ਸੁਣ ਕੇ ਉਹਨੂੰ ਕ੍ਰੋਧ ਨਾ ਆਉਂਦਾ ਹੋਵੇ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਦੂਸਰਾ ਇਹ ਹੈ ਨਿੰਦਿਆ ਨੂੰ ਸਹਾਰ ਕੇ ਤੇ ਉਸਤਤ ਕਰੇ ਤੇ ਉਹਦੇ ਕਰਕੇ ਉਹ ਫੁੱਲ ਕੇ ਨਾ ਬੈਠ ਜਾਏ, ਹੰਕਾਰੀ ਨਾ ਹੋ ਜਾਏ। ਮਹਾਰਾਜ ਨੇ ਫਿਰ ਉੱਥੇ ਸ਼ਬਦ ਉਚਾਰਨ ਕੀਤਾ ਤਨਾਸਰੀ ਰਾਗ ਦੇ ਅੰਦਰ, ਤਹ ਜੋਗੀ ਕੋ ਜੁਗਤ ਨਾ ਜਾਨੋ, ਕਿ ਅਸਲ ਜੋਗ ਦੀ ਜੁਗਤੀ ਜਿਹੜੀ ਹੈ, ਜੁਗਤੀ ਤੋਂ ਭਾਵ ਹੁੰਦਾ ਹੈ ਕਿ ਉਹ ਸਾਧਨ, ਉਹ ਕਿਰਿਆ ਕਿ ਜਿੰਦੇ ਰਾਹੀਂ ਜੋਗ ਬਣਿਆ ਜਾਣਾ, ਜਿੰਦੇ ਰਾਹੀਂ ਪਰਮਾਤਮਾ ਦੇ ਨਾਲ ਮਿਲਾਪ ਹੋਣਾ ਹੈ, ਜੋੜ ਹੋਣਾ ਹੈ। ਤਹ ਜੋਗੀ ਕੋ ਜੁਗਤ ਨਾ ਜਾਨੋ, ਜੋਗੀ ਬਣ ਗਿਆ ਪਰ ਜੁਗਤੀ ਨਹੀਂ ਆਈ, ਸਾਧਨਾ ਦੀ ਸਮਝ ਨਹੀਂ ਆਈ, ਮਿਲਣ ਦਾ ਤਰੀਕਾ ਸਮਝ ਦੇ ਵਿੱਚ ਨਹੀਂ ਆਇਆ। ਤੇ ਮਹਾਰਾਜ ਕਹਿੰਦੇ ਨੇ ਲੋਭ ਮੋਹ ਮਾਇਆ ਮਮਤਾ ਫੁਨ ਜਹ ਘਟ ਮਾਹੇ ਪਛਾਨੋ। ਜੁਗਤੀ ਕੀ ਸੀ ਕਿ ਲੋਭ ਮੋਹ ਮਾਇਆ ਮਮਤਾ ਜਹ ਘਟ ਮਾਹੇ ਪਛਾਨੂ, ਤੈਨੂੰ ਸਮਝ ਹੁੰਦੀ ਕਿ ਤੇਰੇ ਅੰਦਰ ਇਹ ਔਗਣ ਬੈਠੇ ਹੋਏ ਨੇ, ਔਗਣਾਂ ਨੇ ਤੇਰੇ ਅੰਦਰ ਡੇਰਾ ਲਾਇਆ। ਮਹਾਰਾਜ ਕਹਿੰਦੇ ਨੇ ਪਰ ਨਿੰਦਾ ਉਸਤਤ ਨਹਿ ਜਾ ਕੋ ਕੰਚਨ ਲੋਹ ਸਮਾਨੋ, ਨਾ ਤੇ ਪਰਾਈ ਤਾਤ ਅੰਦਰ ਹੋਵੇ, ਪਰਾਈ ਨਿੰਦਿਆ ਦਾ ਰਸ ਅੰਦਰ ਹੋਵੇ ਤੇ ਨਾ ਵਡਿਆਈ ਦਾ ਰਸ ਹੋਵੇ। ਇਹ ਦੋਨੇ ਰਸ ਆ, ਦੋਨੇ ਸਵਾਦ ਨੇ। ਇੱਕ ਤਾਂ ਲੋਕਾਂ ਨੂੰ ਆਪਣੀ ਵਡਿਆਈ ਦਾ ਸਵਾਦ ਹੁੰਦਾ ਹੈ ਕਿ ਮੇਰੀ ਲੋਕ ਵਡਿਆਈ ਕਰਨ ਤੇ ਮੈਂ ਕੰਨਾਂ ਨਾਲ ਸੁੱਕਾਂ, ਕੰਨਾਂ ਨਾਲ ਉਹਨੂੰ ਸੁਣ ਸਕਾਂ। ਤੇ ਦੂਸਰਾ ਇਹ ਹੁੰਦਾ ਹੈ ਅੰਦਰ ਕਿ ਮੈਂ ਨਿੰਦਾ ਵੀ ਜਿਹੜੀ ਹੈ ਉਹ ਆਪਣੀ ਨਹੀਂ ਕਿਸੇ ਦੂਸਰੇ ਦੀ ਸੁਣ ਸਕਾਂ।
ਸਤਿਗੁਰ ਮਹਾਰਾਜ ਕਹਿੰਦੇ ਪਰ ਨਿੰਦਾ ਉਸਤਤ ਨਹਿ ਜਾਕੋ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ। ਅਸਲ ਦੇ ਵਿੱਚ ਜੋਗੀ ਉਹ ਹੈ ਜਿਹੜਾ ਹਰਖ ਤੇ ਸੋਗ ਤੋਂ, ਖੁਸ਼ੀ ਤੇ ਗਮੀ ਤੋਂ, ਚਿੰਤਾ ਝੋਰਿਆਂ ਤੋਂ, ਫਿਕਰਾਂ ਤੋਂ, ਸੰਸਿਆਂ ਤੋਂ ਉਹ ਜਿਹੜਾ ਉੱਪਰ ਉੱਠ ਚੁੱਕਿਆ ਹੈ, ਜਿਹੜਾ ਲੋਭ ਨਿੰਦਾ ਉਸਤਤ ਤੋਂ ਤਾਂ ਹੋ ਚੁੱਕਿਆ। ਸਤਿਗੁਰ ਮਹਾਰਾਜ ਕਹਿੰਦੇ ਨੇ ਉਹ ਅਸਲ ਦੇ ਵਿੱਚ ਜੋਗੀ ਹੈ ਜਿਹਨੇ ਆਪਣੇ ਹਿਰਦੇ ਵਿੱਚ ਲੋਭ, ਮੋਹ, ਮਾਇਆ, ਮਮਤਾ, ਫੁਨ ਇਹਨਾਂ ਦੇ ਉੱਪਰ ਕਾਬੂ ਕੀਤਾ ਹੋਇਆ ਹੈ। ਮਹਾਰਾਜ ਕਹਿੰਦੇ ਜੋਗ ਦੀ ਜੁਗਤ ਹੈ ਇਹ। ਸਤਿਗੁਰ ਮਹਾਰਾਜ ਨੇ ਉਸ ਜੋਗੀ ਨੂੰ ਉਪਦੇਸ਼ ਕੀਤਾ। ਸਤਿਗੁਰ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਇੱਥੇ ਪਟਨੇ ਦੀ ਧਰਤੀ ਤੇ ਹੀ ਬੰਗਾਲ ਦੀ ਸੰਗਤ ਵੀ ਆਈ। ਇੱਕ ਤਾਂ ਆ ਕਰਕੇ ਸੰਗਤ ਨੇ ਸਤਿਗੁਰ ਮਹਾਰਾਜ ਨੂੰ ਬੇਨਤੀ ਕੀਤੀ, ਮਹਾਰਾਜ ਆਪ ਕਿਰਪਾ ਕਰੋ, ਆਪ ਬੰਗਾਲ ਦੀ ਧਰਤੀ ਦੇ ਉੱਤੇ ਵੀ ਚਰਨ ਪਾਉਣਾ ਕਰੋ। ਸਤਿਗੁਰ ਮਹਾਰਾਜ ਜੀ ਦੇ ਸੰਗਤ ਨੇ ਦਰਸ਼ਨ ਕੀਤੇ। ਕੁਝ ਗੁਰਮੁਖ ਪਿਆਰੇ ਐਸੇ ਜਿਨ੍ਹਾਂ ਨੇ ਇਹ ਵੀ ਆਖਿਆ ਕਿ ਮਹਾਰਾਜ ਆਪ ਜੀ ਦੇ ਦਰਸ਼ਨ ਹੋਏ, ਸਤਿਗੁਰ ਮਹਾਰਾਜ ਨਿਹਾਲ ਹੋ ਗਏ ਹਾਂ। ਪਰ ਸੱਚੇ ਪਾਤਸ਼ਾਹ ਮਹਾਰਾਜ ਮਨ ਜਿਹੜਾ ਹੈ ਇਹ ਫਿਰ ਵੀ ਨਹੀਂ ਟਿਕਦਾ। ਮਹਾਰਾਜ ਇਹਦਾ ਕੀ ਕਾਰਨ ਹੈ? ਦਰਸ਼ਨ ਕੀਤੇ, ਨਿਹਾਲ ਜ਼ਰੂਰ ਹੋਏ, ਕਿਰਪਾ ਆਪ ਜੀ ਨੇ ਕੀਤੀ, ਆਪ ਜੀ ਦੇ ਦਰਸ਼ਨ ਹੋਏ, ਪਰ ਸੱਚੇ ਪਾਤਸ਼ਾਹ ਮਨ ਜਿਹੜਾ ਹੈ ਫਿਰ ਵੀ ਟਿਕਦਾ ਕਿਉਂ ਨਹੀਂ? ਕਈ ਵਾਰੀ ਅਸੀਂ ਸੰਗਤ ਵਿੱਚ ਜਾ ਕੇ ਬੈਠੀਏ ਤੇ ਸੰਗਤ ਵਿੱਚ ਬੈਠਿਆਂ ਬਾਣੀ ਪੜ੍ਹੀ ਜਾ ਰਹੀ ਹੋਵੇ, ਕੀਰਤਨ ਹੁੰਦਾ ਹੋਵੇ, ਕਥਾ ਹੁੰਦੀ ਹੋਵੇ ਤੇ ਮਨ ਗੁਰੂ ਕੇ ਦਰਸ਼ਨ ਕਰਕੇ ਜਾਂ ਗੁਰੂ ਕੇ ਆਬਾ ਮੰਡਲ ਦਰਬਾਰ ਦੀ ਜਦੋਂ ਦਰਸ਼ਨ ਕਰਦਾ ਹੈ ਤੇ ਇੱਕ ਵਾਰੀ ਮਨ ਦੇ ਵਿੱਚ ਫੁਰਨਾ ਇਹ ਬਣਦਾ ਹੈ ਕਿ ਇਸ ਤੋਂ ਅੱਗੇ ਹੋਰ ਕੁਝ ਵੀ ਨਹੀਂ। ਜਦੋਂ ਕੋਈ ਵੀ ਸਿੱਖ ਜਦੋਂ ਹਰਿਮੰਦਰ ਸਾਹਿਬ ਦੇ ਆ ਕੇ ਦਰਸ਼ਨ ਕਰਦਾ ਹੈ ਤੇ ਉਹਦੇ ਮਨ 'ਚ ਇੱਕੋ ਹੀ ਹੁੰਦਾ ਹੈ ਕਿ ਮਹਾਰਾਜ ਸੱਚੀ ਮੁੱਚੀ ਇਸ ਅਸਥਾਨ ਤੋਂ ਅੱਗੇ ਸਾਡੇ ਵਾਸਤੇ ਹੋਰ ਕੋਈ ਤੀਰਥ ਨਹੀਂ ਹੈ, ਹੋਰ ਕੋਈ ਅਸਥਾਨ ਨਹੀਂ। ਪਰ ਮਨ ਜਿਹੜਾ ਹੈ ਫਿਰ ਫੁਰਨੇ ਇਹਦੇ ਵਿੱਚ ਬਣਨੇ ਸ਼ੁਰੂ ਹੋਏ ਤੇ ਫੁਰਨਿਆਂ ਕਰਕੇ ਮਨ ਜਿਹੜਾ ਫਿਰ ਹੋਰ ਪਾਸੇ ਨੂੰ ਲੈ ਤੁਰਿਆ। ਸਤਿਗੁਰ ਮਹਾਰਾਜ ਨੂੰ ਬੇਨਤੀ ਕੀਤੀ। ਬੰਗਾਲ ਦੀ ਸੰਗਤ ਜਦੋਂ ਆਏ ਦਰਸ਼ਨਾਂ ਵਾਸਤੇ, ਮਹਾਰਾਜ ਮਨ ਦਰਸ਼ਨ ਕਰਕੇ ਨਿਹਾਲ, ਪਰ ਮਨ ਫਿਰ ਵੀ ਟਿਕਦਾ ਨਹੀਂ। ਸਤਿਗੁਰ ਮਹਾਰਾਜ ਕਹਿੰਦੇ ਮਨ ਦਾ ਟਿਕਣਾ ਹੀ ਪਰਮਾਤਮਾ ਦਾ ਮਿਲਣਾ ਹੈ। ਸੰਗਤ ਸੀ ਪਰ ਸਮਝ ਹੈ ਇਸ ਗੱਲ ਦੀ ਕਿ ਜਿੰਦਾ ਮਨ ਟਿਕ ਗਿਆ ਉਹਨੂੰ ਪਰਮਾਤਮਾ ਮਿਲ ਗਿਆ। ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਦੇਖੋ ਇੱਕੋ ਵਾਰ ਛਾਲ ਮਾਰ ਕੇ ਉੱਪਰਲੇ ਡੰਡੇ ਤੱਕ ਨਹੀਂ ਪਹੁੰਚਿਆ ਜਾ ਸਕਦਾ। ਇੱਕੋ ਵਾਰੀ ਜੇਕਰ ਕੋਈ ਛਾਲ ਮਾਰ ਕੇ ਕਹੇ ਕਿ ਮੈਂ ਹਰ ਡੰਡੇ ਤੱਕ ਪਹੁੰਚ ਸਕਦਾ ਹੈ, ਮੈਂ ਉੱਪਰਲੇ ਡੰਡੇ ਤੱਕ ਪਹੁੰਚ ਜਾਵਾਂ, ਮਹਾਰਾਜ ਕਹਿੰਦੇ ਨਹੀਂ, ਇੱਕ ਇੱਕ ਡੰਡਾ ਫੜ ਕੇ ਉੱਪਰ ਪੌੜੀ ਚੜ੍ਹਿਆ ਜਾਂਦਾ ਹੈ। ਛੱਤ 'ਤੇ ਜੇਕਰ ਪਹੁੰਚਣਾ ਹੈ ਤੇ ਇੱਕੋ ਦਮ ਛਾਲ ਮਾਰ ਕੇ ਛੱਤ 'ਤੇ ਕੋਈ ਨਹੀਂ ਪਹੁੰਚਦਾ, ਇੱਕ ਇੱਕ ਡੰਡਾ ਫੜ ਕੇ ਪੌੜੀ ਦਾ ਉੱਪਰ ਚੜ੍ਹਿਆ ਜਾਂਦਾ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਡੰਡੇ ਫੜਨਾ ਕੀ ਹੈ? ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜਿਵੇਂ ਸਰੀਰ ਦੀਆਂ 10 ਗਿਆਨ ਇੰਦਰੀਆਂ ਨੇ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀਆਂ, ਇਹਨਾਂ ਕਰਮ ਇੰਦਰੀਆਂ ਤੇ ਗਿਆਨ ਇੰਦਰੀਆਂ ਤੇ ਕਾਬੂ ਪਾਉਣਾ, ਇਹ ਉਹ ਪੌੜੀ ਤੇ ਚੜ੍ਹਨਾ ਜਿੱਥੇ ਜਾ ਕੇ ਮਨ ਕਾਬੂ ਵਿੱਚ ਹੋਵੇਗਾ। ਜਿਹੜਾ ਮਨ ਹੈ ਸਤਿਗੁਰੂ ਮਹਾਰਾਜ ਕਹਿੰਦੇ ਨੇ ਹਮੇਸ਼ਾ ਹੀ ਇਹਨਾਂ ਗਿਆਨ ਤੇ ਕਰਮ ਇੰਦਰੀਆਂ ਥਾਣੀ ਹੀ ਬਾਹਰ ਦੌੜਦਾ ਹੈ। ਜਿਵੇਂ ਸਤਿਗੁਰੂ ਮਹਾਰਾਜ ਜੀ ਦੇ ਬਚਨ ਨੇ, ਗੁਰੂ ਅਮਰਦਾਸ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ, ਜਿਚਰ ਹਰ ਰਸ ਪੱਲੇ ਨਾ ਪਾਏ। ਗੁਰੂ ਅਮਰਦਾਸ ਮਹਾਰਾਜ ਕਹਿੰਦੇ ਨੇ ਕਿ ਹੋਰ ਹੋਰ ਰਸ ਚਖਿਆ। ਸਤਿਗੁਰੂ ਮਹਾਰਾਜ ਕਹਿੰਦੇ ਨੇ ਤੇਰੀ ਪਿਆਸ ਨਹੀਂ ਜਾਏਗੀ ਜਿਚਰ ਹਰ ਰਸ ਪੱਲੇ ਨਾ ਪਾਏ। ਜਿਸ ਦੇ ਕਰਕੇ ਹੁਣ ਬਬੀਹਾ ਜਿਹੜਾ ਹੈ ਉਹ ਸਾਰੀ ਜ਼ਿੰਦਗੀ ਸਵਾਂਤੀ ਬੂੰਦ ਨੂੰ ਤਰਸਦਾ ਹੈ। ਮੀਂਹ ਭਾਵੇਂ ਬਹੁਤਾ ਪਵੇ, ਦੇਖੋ ਤਲਾਬ, ਦਰਿਆ, ਝਰਨੇ ਪਾਣੀ ਦੇ ਭਰੇ ਹੋਏ ਨੇ ਤੇ ਬਬੀਹੇ ਵਾਸਤੇ ਪਾਣੀ ਥੋੜ੍ਹੀ ਮੁੱਕ ਗਿਆ, ਪਰ ਉਹਦੀ ਪਿਆਸ ਉਸ ਦਿਨ ਬੁਝਦੀ ਹੈ ਜਿਸ ਦਿਨ ਉਹਨੂੰ ਸਵਾਂਤੀ ਬੂੰਦ ਮਿਲ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਜਿੰਨੀ ਦੇਰ ਤੱਕ ਆ ਹੋਰ ਹੋਰ ਸਵਾਦ ਚੱਕਦਾ ਰਹੇਗਾ। ਸਤਿਗੁਰੂ ਮਹਾਰਾਜ ਕਹਿੰਦੇ ਨੇ ਰਸ ਸੋਇਨਾ, ਰਸ ਰੂਪਾ, ਕਾਮਨ ਰਸ, ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮਿੱਠਾ, ਰਸ ਮਾਸ,
ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਗੁਰੂ ਨਾਨਕ ਦੇਵ ਸ੍ਰੀ ਰਾਗ ਦੇ ਅੰਦਰ ਮਹਾਰਾਜ ਨੇ ਕਿਰਪਾ ਕੀਤੀ। ਮਹਾਰਾਜ ਕਹਿੰਦੇ ਇਹ ਵੀ ਤਾਂ ਰਸ ਨੇ, ਇਹ ਵੀ ਤਾਂ ਸਵਾਦ ਨੇ ਕਿ ਸੋਨਾ ਕੋਲ ਹੋਵੇ, ਚਾਂਦੀ ਕੋਲ ਹੋਵੇ, ਕੱਪੜੇ ਚੰਗੇ ਹੋਵਣ, ਮੂੰਹ ਦਾ ਸਵਾਦ ਚੰਗਾ ਹੋਵੇ। ਇੱਥੋਂ ਤੱਕ ਸਤਿਗੁਰ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਰਸ ਮੀਠਾ ਰਸ ਮਾਸ ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਕਦੀ ਲੂਣਾ ਸਲੂਣਾ ਮਿੱਠਾ ਫਿੱਕਾ ਹਰ ਤਰ੍ਹਾਂ ਦਾ ਤੂੰ ਭੋਜਨ ਕਰਦਾ ਹੈ। ਤੇ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਜਿੱਥੇ ਇੰਨੇ ਰਸ ਸਰੀਰ ਦੇ ਵਿੱਚ ਪਹਿਲੋਂ ਹੀ ਬੈਠੇ ਹੋਏ ਨੇ, ਮਹਾਰਾਜ ਪਾਤਸ਼ਾਹ ਕਹਿੰਦੇ ਨੇ ਫਿਰ ਨਾਮ ਰਸ ਤੈਨੂੰ ਕਿੱਥੇ ਆਵੇਗਾ। ਏਤੇ ਰਸ ਸਰੀਰ ਕੇ ਕੈ ਘਟ ਨਾਮ ਨਿਵਾਸ। ਇੰਨੇ ਰਸ ਤੇ ਪਹਿਲੋਂ ਹੀ ਇਕੱਠੇ ਕੀਤੇ ਹੋਏ ਨੇ, ਕੈ ਘਟ ਨਾਮ ਨਿਵਾਸ, ਫਿਰ ਨਾਮ ਰਸ ਕਿੱਥੇ ਆ ਕੇ ਟਿਕੇਗਾ। ਮਹਾਰਾਜ ਕਹਿੰਦੇ ਨੇ ਕਿ ਇਹ ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ, ਪਿਆਸ ਨਾ ਜਾਏ ਹੋਰਤ ਕਿਤੇ। ਜਿਸ ਚੀਜ਼ ਦੀ ਅੰਦਰ ਪਿਆਸ ਹੈ, ਜਿਸ ਵਸਤੂ ਦੀ ਅੰਦਰ ਭਾਵ ਹੈ, ਜਿੰਨੀ ਦੇਰ ਤੱਕ ਉਹ ਪ੍ਰਾਪਤ ਨਹੀਂ ਹੋਏਗੀ ਉਨੀ ਦੇਰ ਤੱਕ ਦੌੜ ਬਣੀ ਹੀ ਰਹੇਗੀ, ਉਨੀ ਦੇਰ ਤੱਕ ਦੌੜਦਾ ਹੀ ਇਨਸਾਨ ਰਹੇਗਾ। ਜਿੰਨੀ ਦੇਰ ਤੱਕ ਦੇਖੋ ਮੰਜ਼ਿਲ ਨਾ ਮਿਲੇ ਤੇ ਦੌੜਨਾ ਉਨੀ ਦੇਰ ਤੱਕ ਹੀ ਪੈਂਦਾ ਹੈ। ਜਿੱਦਣ ਮੰਜ਼ਿਲ ਮਿਲ ਜਾਂਦੀ ਹੈ ਦੌੜ ਉਸ ਦਿਨ ਮੁੱਕ ਜਾਂਦੀ ਹੈ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਨਿਤਰੋ ਮੇਰੇ ਹੋ ਹਰ ਤੁਮੇ ਜੋ ਤਰੀ, ਹਰ ਬਿਨ ਅਵਰ ਨਾ ਦੇਖੋ ਕੋਈ, ਹਰ ਬਿਨ ਅਵਰ ਨਾ ਦੇਖੋ ਕੋਈ, ਨਦਰੀ ਹਰ ਨਿਹਾਲਿਆ। ਨੇਤਰ ਮਹਾਰਾਜ ਪਾਤਸ਼ਾਹ ਕਹਿੰਦੇ ਇਹ ਵੀ ਤਾਂ ਜੇ ਤਾਂ ਨੇਤਰਾਂ ਦੇ ਨਾਲ ਪਰਾਇਆ ਰੂਪ ਦੇਖਿਆ, ਪਰਾਇਆ ਰੰਗ ਦੇਖਿਆ, ਕਿਸੇ ਦੀ ਵਡਿਆਈ ਦੇਖੀ, ਕਿਸੇ ਦੀ ਨਿੰਦਿਆ ਦੇਖੀ, ਕਿਸੇ ਨੂੰ ਉੱਚਾ ਹੁੰਦਿਆਂ ਦੇਖਿਆ, ਕਿਸੇ ਨੂੰ ਨੀਵਾਂ ਹੁੰਦਿਆਂ ਵੇਖਿਆ, ਕਿਸੇ ਨੂੰ ਤਰੱਕੀ ਕਰਦਿਆਂ ਦੇਖਿਆ, ਕਿਸੇ ਨੂੰ ਡਿੱਗਦਿਆਂ ਹੋਇਆਂ ਦੇਖਿਆ। ਮਹਾਰਾਜ ਪਾਤਸ਼ਾਹ ਕਹਿੰਦੇ ਫਿਰ ਉਹ ਨੇਤਰਾਂ ਦੇ ਰਾਹੀਂ ਵੀ ਅੰਦਰ ਹਿਰਦੇ ਵਿੱਚ ਵਿਕਾਰ ਗਏ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਜੇ ਜੀਵ ਦੇ ਰਾਹੀਂ ਨਿੰਦਿਆ ਕੀਤੀ, ਜੀਵ ਦੇ ਰਾਹੀਂ ਕਿਸੇ ਦੀ ਵਡਿਆਈ ਕੀਤੀ, ਮਿੱਥਿਆ ਬੋਲਿਆ, ਝੂਠ ਬੋਲਿਆ, ਚੁਗਲੀ ਕੀਤੀ, ਮਹਾਰਾਜ ਪਾਤਸ਼ਾਹ ਕਹਿੰਦੇ ਇਹ ਜੀਵ ਦੇ ਰਾਹੀਂ ਵਿਕਾਰ ਅੰਦਰ ਗਏ। ਕੰਨ ਜਿਹੜੇ ਸੀ, ਕੰਨਾਂ ਦੇ ਨਾਲ ਲੋਕਾਂ ਦੀ ਨਿੰਦਿਆ ਵਡਿਆਈ ਸੁਣੀ, ਉਸਤਤ ਸੁਣੀ, ਮਹਾਰਾਜ ਪਾਤਸ਼ਾਹ ਕਹਿੰਦੇ ਕੰਨਾਂ ਦੇ ਰਾਹੀਂ ਜਿਹੜੇ ਸੀ ਉਹ ਵੀ ਵਿਕਾਰ ਅੰਦਰ ਗਏ। ਇਹ ਸਰਵਨੋ ਮੇਰੇ ਹੋ ਸਾਚੇ ਸੁਣਨੇ ਨੋ ਪਠਾਏ, ਸਾਚੇ ਸੁਣਨੇ ਨੋ ਪਠਾਏ, ਸਰੀਰ ਲਾਏ ਸੁਣੋ ਸਤ ਬਾਣੀ। ਮਹਾਰਾਜ ਪਾਤਸ਼ਾਹ ਕਹਿੰਦੇ ਇਹ ਦੇਖੋ ਇਹ ਸਾਰਾ ਕੁਝ ਸਾਡੇ ਦੇ ਅੰਦਰੋਂ ਜਿਹੜਾ ਟਿਕਾ ਹੈ, ਅੰਦਰ ਦਾ ਜਿਹੜਾ ਸਿਮਰਨ ਹੈ, ਅੰਦਰ ਦੀ ਜਿਹੜੀ ਬਖਸ਼ਿਸ਼ ਹੈ, ਮਹਾਰਾਜ ਕਹਿੰਦੇ ਉਹ ਤਾਂ ਪ੍ਰਾਪਤ ਨਹੀਂ ਅਜੇ ਹੁੰਦੀ ਪਈ ਕਿਉਂਕਿ ਕੰਨ ਨੱਕ ਹੱਥ ਤਵਚਾ ਸਰੀਰ ਇਹ ਕਰਮ ਇੰਦਰੀ ਗਿਆਨ ਇੰਦਰੀ। ਮਹਾਰਾਜ ਪਾਤਸ਼ਾਹ ਕਹਿੰਦੇ ਹਰ ਇੱਕ ਇਹਨੂੰ ਆਪਣਾ ਰਸ ਹੈ, ਆਪਣਾ ਹਰ ਇੰਦਰੀ ਦਾ ਸਵਾਦ ਹੈ। ਤੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜੀਵ ਇੱਕ ਤਾਂ ਸੱਚ ਤੇ ਝੂਠ ਬੋਲਣ ਦੇ ਵਿੱਚ ਲੱਗ ਗਈ, ਤੇ ਮਹਾਰਾਜ ਦੂਸਰਾ ਕਹਿੰਦੇ ਨੇ ਕਿ ਇਹਨੂੰ ਖਾਣ ਦਾ ਚਸਕਾ ਪੈ ਗਿਆ, ਮੂੰਹ ਦੇ ਸਵਾਦਾਂ ਦੇ ਵਿੱਚ ਲੱਗ ਗਈ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਕਿ ਜੇਕਰ ਮਨ ਨੂੰ ਟਿਕਾਉਣਾ ਹੈ ਤੇ ਇੱਕਦਮ ਛਾਲ ਮਾਰ ਕੇ ਜਿਵੇਂ ਛੱਤ ਕੋਠੇ ਦੇ ਉੱਤੇ ਨਹੀਂ ਚੜ੍ਹ ਸਕਦਾ, ਇੱਕ ਇੱਕ ਡੰਡਾ ਫੜ ਕੇ ਚੜਿਆ ਜਾ ਸਕਦਾ ਹੈ, ਉਸੇ ਤਰ੍ਹਾਂ ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਨੇ ਕਿ ਇਹ ਜਿਹੜਾ ਸਰੀਰ ਹੈ ਗਿਆਨ ਇੰਦਰੀ ਤੇ ਕਰਮ ਇੰਦਰੀਆਂ ਨੂੰ ਜਦੋਂ ਕਾਬੂ ਕਰੇਗਾ ਉਸ ਦਿਨ ਤੈਨੂੰ ਇਸ ਗੱਲ ਦੀ ਸਮਝ ਆਵੇਗੀ ਕਿ ਮਨ ਇਹਨਾਂ ਰਸਤਿਆਂ ਥਾਣੀ ਬਾਹਰ ਜਾਂਦਾ ਹੈ ਤੇ ਮੂੰਦ ਲਈ ਦਰਵਾਜ਼ੇ ਬਾਜੀ ਵਾਲੇ ਅਨਹਦ ਬਾਜੇ। ਫਿਰ ਜਦੋਂ ਇਹ ਬਾਹਰਲੇ ਦਰਵਾਜ਼ੇ ਬੰਦ ਹੋਣਗੇ ਤੇ ਅੰਦਰ ਅਨਾਹਦ ਨਾਦ ਸੁਣਾਈ ਦੇਵੇਗਾ। ਜਿਤ ਮਿਰਗ ਪਰਤ ਹੈ ਚੋਰੀ, ਜਿਹੜੇ ਰਸਤੇ ਥਾਣੀ ਜਿਹੜੇ ਸੀ ਅੰਦਰ ਦੀ ਖੇਤੀ ਨੂੰ ਆ ਕੇ ਹਿਰਨ ਖਾ ਜਾਂਦੇ ਸੀ, ਗਿਆਨ ਇੰਦਰੀ ਲੁੱਟ ਕੇ ਲੈ ਜਾਂਦੇ ਸੀ, ਵਿਕਾਰ ਕਾਮ ਕ੍ਰੋਧ ਲੋਹ ਮੋਹ ਹੰਕਾਰ ਲੁੱਟ ਕੇ ਖੜਦਾ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਕਹਿੰਦੇ ਉਹ ਮੂੰਦ ਲਈ ਦਰਵਾਜ਼ੇ ਹੁਣ ਪਤਾ ਲੱਗ ਗਿਆ ਕਿ ਇੱਥੋਂ ਥਾਣੀ ਚੋਰੀ ਹੁੰਦੀ ਸੀ, ਇੱਥੋਂ ਥਾਣੀ ਸੰਨ ਲੱਗਦੀ ਸੀ, ਹੁਣ ਉਹਨਾਂ ਥਾਵਾਂ 'ਤੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ। ਨਾਮ ਜਪਣਾ, ਸੇਵਾ ਕਰਨੀ, ਸਿਮਰਨ ਕਰਨਾ, ਇਹ ਸਾਰਾ ਪਹਿਰਾ ਦੇਣਾ ਹੈ। ਉਹਨਾਂ ਗਿਆਨ ਅਤੇ ਕਰਮ ਇੰਦਰੀਆਂ ਨੂੰ ਰੋਕਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਉਪਦੇਸ਼ ਦਿੱਤਾ। ਮਹਾਰਾਜ ਕਹਿੰਦੇ ਨੇ ਸਾਧੋ ਇਹ ਮਨ ਗਹਿਓ ਨਾ ਜਾਈ। ਗਹਿਓ ਦੇ ਅਰਥ ਹੁੰਦੇ ਨੇ ਫੜਨਾ। ਮਹਾਰਾਜ ਕਹਿੰਦੇ ਨੇ ਹੇ ਸਾਧਨਾ, ਸਾਧੂ ਦੇ ਅਰਥ ਵੀ ਹੁੰਦੇ ਆ ਕਿ ਜਿਹਨੇ ਸਾਧਨਾ ਕਰਕੇ ਮਨ ਦੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰੇ। 9 ਦੁਆਰੇ ਸਾਧ ਸਦਾਇਨ ਦਾ ਭਾਈ ਗੁਰਦਾਸ ਜੀ ਦੇ ਬਚਨ ਨੇ, ਸਾਧੋ ਇਹ ਮਨ
ਗਹਿਓ ਨਾ ਜਾਈ। ਇਸ ਮਨ ਨੂੰ ਫੜਿਆ ਨਹੀਂ ਜਾ ਸਕਦਾ। ਫੜਨ ਦੀ ਕੋਸ਼ਿਸ਼ ਕਰਨੀ ਜ਼ਰੂਰ ਹੈ, ਪਰ ਇਹ ਮਨ ਜਿਹੜਾ ਹੈ ਇਹ ਕਾਬੂ ਵਿੱਚ ਨਹੀਂ ਆਉਂਦਾ। ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਮਹਾਰਾਜ ਕਹਿੰਦੇ ਕਿਉਂ ਨਹੀਂ ਫੜਿਆ ਜਾਂਦਾ? ਕਹਿੰਦੇ ਇਹਦਾ ਸਾਥ ਪਤਾ ਕਿਸ ਦੇ ਨਾਲ ਹੈ? ਕਹਿੰਦੇ ਨੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ। ਤ੍ਰਿਸ਼ਨਾ ਦੇ ਨਾਲ ਮਨ ਦੀ ਯਾਰੀ ਹੈ, ਮਨ ਦੀ ਸਾਂਝ ਤ੍ਰਿਸ਼ਨਾ ਦੇ ਨਾਲ। ਇਸ ਕਰਕੇ ਮਹਾਰਾਜ ਕਹਿੰਦੇ ਨੇ ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਇਸ ਕਰਕੇ ਇਹ ਮਨ ਜਿਹੜਾ ਹੈ ਇਹ ਟਿਕਦਾ ਨਹੀਂ, ਇਹਨੂੰ ਟਿਕਾ ਨਹੀਂ ਆਉਂਦਾ, ਇਹ ਕਾਬੂ ਦੇ ਵਿੱਚ ਨਹੀਂ ਆਉਂਦਾ। ਜਿੱਤਣ ਵਾਲੇ ਦੀ ਨਿਸ਼ਾਨੀ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਹੁੰਦੀ ਹੈ ਕਿ ਮਨ ਨੂੰ ਜਿੱਤ ਲਿਆ ਤੇ ਸਮਝ ਲਓ ਜਗਤ ਜਿੱਤਿਆ ਗਿਆ। ਮਨ ਜਿੱਤਿਆ ਜਗ ਜੀਤ। ਪਰ ਜੇਕਰ ਮਨ ਕਾਬੂ ਦੇ ਵਿੱਚ ਨਹੀਂ ਆਇਆ ਤੇ ਸੰਸਾਰ ਦੇ ਬਹੁਤੇ ਪਦਾਰਥ ਵੀ ਮਿਲ ਜਾਣ ਤੇ ਫਿਰ ਵੀ ਅੰਦਰ ਜਿਹੜਾ ਹੈ ਉਹ ਹਰ ਵੇਲੇ ਆਸੇ ਪਾਸੇ ਨੂੰ ਦੌੜਦਾ ਰਹਿੰਦਾ, ਕਿਉਂਕਿ ਤ੍ਰਿਸ਼ਨਾ ਅਜੇ ਬਚੀ ਹੋਈ ਹੈ। ਇੱਕ ਵਿਦਵਾਨ ਨੇ ਇਤਿਹਾਸ ਦੀ ਇੱਕ ਘਟਨਾ ਦਿੱਤੀ। ਉਹ ਕਹਿੰਦੇ ਇੱਕ ਸ਼ਾਹਜਹਾਨ ਦੇ ਸਮੇਂ ਤੇ ਇੱਕ ਡਾਕੂ ਹੋਇਆ ਹੈ ਜਿਹਦਾ ਨਾਂ ਸੀ ਡਾਕੂ ਦਰਿਆ ਖਾਂ। ਡਾਕੂ ਦਰਿਆ ਖਾਂ ਬਹੁਤ ਬਹਾਦਰ ਸੀ ਤੇ ਧਰਮੀ ਵੀ ਸੀ। ਉਹਨੇ ਵੱਡਿਆਂ ਅਮੀਰਾਂ ਨੂੰ ਲੁੱਟਣਾ ਤੇ ਗਰੀਬਾਂ ਨੂੰ ਕੁਝ ਨਾ ਕੁਝ ਉਹਦੇ ਵਿੱਚੋਂ ਦੇ ਦੇਣਾ। ਕਈ ਵਾਰੀ ਉਹਨੇ ਬਾਦਸ਼ਾਹ ਦੇ ਖਜ਼ਾਨੇ ਵੀ ਲੁੱਟੇ। ਬਾਦਸ਼ਾਹ ਜਿਹੜਾ ਸੀ ਸ਼ਾਹਜਹਾਂ, ਉਹ ਬਹੁਤ ਉਹਦੇ ਤੋਂ ਤੰਗ ਆ ਗਿਆ। ਬੜੇ ਯਤਨ ਕੀਤੇ ਦਰਿਆ ਖਾਂ, ਪਰ ਕਾਬੂ ਵਿੱਚ ਨਾ ਆਇਆ। ਇੱਕ ਦਿਨ ਸ਼ਾਹਜਹਾਂ ਜਿਹੜਾ ਸੀ ਆਪਣੇ ਸ਼ੀਸ਼ ਮਹਿਲ ਦੇ ਵਿੱਚ ਮੱਥੇ ਦੇ ਉੱਤੇ ਹੱਥ ਰੱਖਿਆ ਤੇ ਬੈਠਾ ਹੈ ਤੇ ਡੂੰਘੀ ਸੋਚ ਦੇ ਵਿੱਚ। ਉਸ ਵੇਲੇ ਨੂਰ ਜਹਾਂ ਉਹਦੇ ਕੋਲ ਆਏ ਤੇ ਉਹਨੇ ਆ ਕੇ ਕਿਹਾ ਸੀ, ਬਾਦਸ਼ਾਹ ਸਲਾਮਤ, ਕੀ ਕਾਰਨ ਕਿ ਆਪ ਉਦਾਸ ਇੰਨੇ ਕਿਉਂ ਜੇ? ਉਹ ਕਹਿੰਦਾ ਉਦਾਸੀ ਦਾ ਕਾਰਨ ਬਹੁਤ ਵੱਡਾ ਹੈ ਤੇ ਤੇਰੇ ਵੱਸ ਦੀ ਗੱਲ ਨਹੀਂ ਕਿ ਤੂੰ ਇਹ ਉਦਾਸੀ ਦੂਰ ਕਰ ਸਕੇ। ਉਹਨੇ ਕਿਹਾ ਨਹੀਂ, ਮੈਨੂੰ ਕਾਰਨ ਦੱਸੋ, ਸ਼ਾਇਦ ਮੈਂ ਕੋਈ ਹੱਲ ਕਰ ਸਕਾਂ, ਮੈਂ ਤੁਹਾਡੀ ਬੇਗਮ ਆ। ਉਹਨੇ ਦੱਸਿਆ ਕਿ ਡਾਕੂ ਦਰਿਆ ਖਾਂ, ਉਹਦੇ ਤੋਂ ਮੈਂ ਬਹੁਤ ਜ਼ਿਆਦਾ ਤੰਗ ਹਾਂ। ਬਹੁਤ ਉਹਨੇ ਲੁੱਟ ਪਾਟ ਕੀਤੀ, ਉਹਨੇ ਬਹੁਤ ਨੁਕਸਾਨ ਕੀਤਾ, ਪਰ ਕਾਬੂ ਵਿੱਚ ਨਹੀਂ ਆਇਆ। ਫੜਨ ਦੇ ਯਤਨ ਬੜੇ ਕੀਤੇ। ਨੂਰ ਜਹਾਂ ਨੇ ਇਹ ਗੱਲ ਆਖੀ ਸੀ ਕਿ ਜੇਕਰ ਮੈਨੂੰ ਮੌਕਾ ਦੇ ਦਿਓ ਤੇ ਮੈਂ ਕੁਝ ਸਮਾਂ ਦਿਓ, ਮੈਂ ਤੁਹਾਨੂੰ ਉਹ ਡਾਕੂ ਜਿਹੜਾ ਹੈ ਉਹ ਤੁਹਾਡੇ ਹਵਾਲੇ ਕਰ ਦੇਵਾਂਗੀ। ਹੱਸ ਕੇ ਉਹਨੇ ਆਖਿਆ ਸੀ, ਕਹਿਣ ਲੱਗਾ ਕਿ ਦੇਖੋ ਵੱਡੇ ਵੱਡੇ ਜਰਨੈਲ ਉਹਨੂੰ ਕਾਬੂ ਨਹੀਂ ਕਰ ਸਕੇ ਤੇ ਤੁਸੀਂ ਕਿਵੇਂ ਕਰ ਸਕਦੇ ਹੋ? ਉਹਨੇ ਕਿਹਾ ਮੈਨੂੰ ਇਜਾਜ਼ਤ ਦੇ ਦਿਓ, ਮੈਨੂੰ ਰੋਕਿਓ ਨਾ, ਮੈਂ ਜੋ ਕਰਨਾ ਚਾਹਾਂ ਮੈਂ ਡਾਕੂ ਦਰਿਆ ਖਾਂ ਜਿਹੜਾ ਹੈ ਉਹ ਤੁਹਾਡੇ ਸਾਹਮਣੇ ਕੁਝ ਦਿਨਾਂ ਬਾਅਦ ਖਲੋਤਾ ਹੋਏਗਾ। ਇਜਾਜ਼ਤ ਲੈ ਕਰਕੇ ਉਹਨੇ ਕੁਝ ਚਿੱਠੀਆਂ ਡਾਕੂ ਦਰਿਆ ਖਾਂ ਨੂੰ ਲਿਖੀਆਂ। ਨੂਰ ਜਹਾਨ ਦੀ ਇਹ ਉਸ ਵੇਲੇ ਲੋਕ ਕਹਿੰਦੇ ਸੀ ਕਿ ਸੰਸਾਰ ਦੇ ਵਿੱਚ ਸਭ ਤੋਂ ਸੁੰਦਰ ਇਸਤਰੀ ਹੈ ਨੂਰ ਜਹਾਂ। ਨੂਰ ਜਹਾਂ ਚਿੱਠੀਆਂ ਲਿਖ ਕੇ ਆਖਦੀ ਹੈ ਕਿ ਤੇਰੇ ਵਰਗਾ ਬਹਾਦਰ ਮੇਰਾ ਪਤੀ ਹੋਣਾ ਚਾਹੀਦਾ ਸੀ। ਜੇ ਤੂੰ ਚਾਵੇਂ ਤੇ ਮੈਂ ਰਾਜ ਭਾਗ ਨੂੰ ਛੱਡ ਕੇ ਤੇਰੇ ਨਾਲ ਜਾਣ ਨੂੰ ਤਿਆਰ ਹਾਂ। ਚਿੱਠੀਆਂ ਲਿਖੀਆਂ ਉਹਦੇ ਮਨ ਦੇ ਵਿੱਚ, ਮਨ ਨੂੰ ਕਾਬੂ ਕਰਨਾ ਸ਼ੁਰੂ ਕਰ ਲਿਆ। ਮਨ ਦੇ ਵਿੱਚ ਵਾਸਨਾ ਪੈਦਾ ਕਰਨੀ ਸ਼ੁਰੂ ਕਰ ਦਿੱਤੀ। ਪ੍ਰੇਮ ਦੇ ਵਿੱਚ ਆਪਣੇ ਉਸ ਮਨ ਨੂੰ ਡਾਕੂ ਦਰਿਆ ਖਾਂ ਦੇ ਨੂੰ ਖਿੱਚਣਾ ਸ਼ੁਰੂ ਕੀਤਾ। ਡਾਕੂ ਦਰਿਆ ਖਾਂ ਪ੍ਰੇਮ ਜਾਲ ਦੇ ਵਿੱਚ ਫਸਿਆ। ਉਹਨੇ ਕਿਹਾ ਕਿ ਮੈਂ ਤੈਨੂੰ ਲੈਣ ਵਾਸਤੇ ਆਵਾਂਗਾ। ਉਹਨੇ ਕਿਹਾ, ਨੂਰ ਜਹਾਂ ਆਖਦੀ ਹੈ ਕਿ ਪਹਿਰੇ ਬੜੇ ਸਖਤ ਨੇ, ਤੂੰ ਲੈ ਕੇ ਨਹੀਂ ਜਾ ਸਕਦਾ। ਇੱਕ ਕੰਮ ਕਰੀ, ਮੈਂ ਬਹਾਨਾ ਬਣਾਉਣੀ ਆ ਕਿ ਮੈਂ ਕੋਈ ਯੱਗ ਕਰਨਾ, ਮੈਂ ਦਾਨ ਪੁੰਨ ਕਰਨਾ, ਤੇ ਜੋ ਰੋਟੀ ਸਬਜ਼ੀ ਹੈ ਉਹ ਬਾਹਰੋਂ ਦੇਗਾਂ ਬਣ ਕੇ ਆਉਣੀਆਂ। ਤੂੰ ਦੇਗ ਦੇ ਵਿੱਚ ਬੈਠ ਕੇ ਆਈ, ਮੈਂ ਤੈਨੂੰ ਮਹੱਲਾਂ ਦੇ ਉੱਪਰ ਲੈ ਕੇ ਜਾਵਾਂਗੀ, ਫਿਰ ਧਨ ਦੌਲਤ ਵੀ ਆਪਾਂ ਲੈ ਕੇ ਜਾਵਾਂਗੇ ਤੇ ਮੈਨੂੰ ਤੂੰ ਇੱਥੋਂ ਹਮੇਸ਼ਾ ਵਾਸਤੇ ਆਪਣੇ ਨਾਲ ਲਿਜਾ ਸਕਦਾ ਹੈ। ਉਹਨੇ ਉਸੇ ਤਰ੍ਹਾਂ ਕੀਤਾ। ਸਬਜ਼ੀਆਂ ਦੇ ਪਤੀਲੇ ਬੰਦ ਕਰਕੇ ਬਾਹਰੋਂ ਆਏ ਤੇ ਇੱਕ ਦੇਗ ਦੇ ਵਿੱਚ ਜਿਹੜਾ ਸੀ ਇਹ ਡਾਕੂ ਦਰਿਆ ਖਾਂ ਬੈਠ ਗਿਆ। ਡਾਕੂ ਦਰਿਆ ਖਾਂ ਜਦੋਂ ਬੈਠ ਕੇ ਆਇਆ, ਚਿੱਠੀ ਭੇਜ ਦਿੱਤੀ ਕਿ ਮੈਂ ਆਉਂਦਾ ਪਿਆ। ਨੂਰ ਜਹਾਂ ਨੇ ਸ਼ਾਹਜਹਾਂ ਨੂੰ ਕਹਿ ਦਿੱਤਾ ਸੀ, ਕਹਿਣ ਲੱਗੀ ਤੇਰਾ ਦੁਸ਼ਮਣ ਆਉਂਦਾ ਪਿਆ ਹੈ ਤੇ ਤੂੰ ਜੋ ਚਾਹਵੇਂ ਉਸ ਨਾਲ ਕਰ ਸਕਦਾ ਹੈ। ਫਲਾਨੀ ਦੇਗ ਵਿੱਚ ਬੈਠਾ ਹੈ। ਆਉਂਦੇ ਟੋਆ ਪੁੱਟ ਕੇ ਰੱਖਿਆ ਸੀ। ਦੇਗ ਸਨੇ ਹੀ ਉਹ ਡਾਕੂ ਦਰਿਆ ਖਾਂ ਨੂੰ ਉਸ ਟੋਏ ਦੇ ਵਿੱਚ ਦੱਬ ਦਿੱਤਾ, ਜਿਹਦੇ ਕਰਕੇ ਉਹਦੀ ਮੌਤ ਵੀ ਹੋ ਗਈ। ਇਸ ਕਰਕੇ ਮਹਾਰਾਜ ਕਹਿੰਦੇ ਨੇ, ਸਾਧੋ ਇਹ ਮਨ ਗਹਿਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਜਾਂ ਤੇ ਥਿਰ ਨਾ ਰਹਾਈ। ਮਹਾਰਾਜ ਕਿਰਪਾ ਕਰਨ
ਸਤਿਗੁਰ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਾਡਾ ਮਨ ਕਾਬੂ ਵਿੱਚ ਆ ਸਕੇ। ਬੋਲਦਿਆਂ ਭੁੱਲਾਂ ਦੀ ਖਿਮਾ। ਅਰਦਾਸ ਸਤਿਗੁਰ ਮਹਾਰਾਜ ਜੀ ਦੇ ਚਰਨਾਂ ਵਿੱਚ। ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਤਾਰ, ਜਿਤ ਦੁਆਰੇ ਉਬਰੇ ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੇ